हेलो स्टूडेंट्स ਆਪਾਂ ਕੱਲ ਇਕੁਏਸ਼ਨ ਸਰਕਲ ਲਈ ਇਕੁਏਸ਼ਨ ਆਫ ਟੈਂਜੈਂਟ ਐਂਡ ਇਕੁਏਸ਼ਨ ਆਫ ਨਾਰਮਲ ਫਾਈਂਡ ਕਰ ਲਈ ਸੀ ਨਾ ਇੱਕ ਮੈਂ ਤੁਹਾਨੂੰ ਫਾਰਮ ਕਰਵਾਤੀ ਸੀ ਸਿੰਪਲੈਸਟ ਫਾਰਮ ਦੇ ਕੇਸ ਟੈਂਜੈਂਟ ਫਾਈਂਡ ਕਰਵਾਤਾ ਸੀ ਐਂਡ ਨਾਰਮਲ ਤੇ ਜਰਨਲ ਫਾਰਮ ਦੇ ਕੇਸ ਤੁਸੀਂ ਫਾਈਂਡ ਕਰਨਾ ਸੀ। ਚਲੋ ਉਮੀਦ ਕਰਦਾ ਤੁਸੀਂ ਫਾਈਂਡ ਕਰ ਲਿਆ ਹੋਵੇਗਾ। ਜੇ ਫਿਰ ਵੀ ਕੋਈ ਪ੍ਰੋਬਲਮ ਆਊਗੀ ਤਾਂ ਪੁੱਛ ਲਿਓ। ਨੈਕਸਟ ਆਪਾਂ ਨੈਕਸਟ ਆਰਟੀਕਲ ਕਰਦੇ ਹਾਂ। ਪ੍ਰੂਵ ਦੈਟ ਦ ਲਾਈਨ y is equal to mx plus c cut the circle in 2 point. Also find the condition for tangent. ਪਹਿਲਾਂ ਆਪਾਂ ਕੀ ਪ੍ਰੂਫ ਕਰਨਾ ਕਿ ਜੋ ਲਾਈਨ ਆ ਸਰਕਲ ਨੂੰ ਕਿੰਨੇ ਪੁਆਇੰਟ ਤੇ ਕੱਟ ਕਰ ਰਹੀ ਆ 2 ਪੁਆਇੰਟ ਤੇ ਕੱਟ ਕਰ ਰਹੀ ਆ। ਚਲੋ ਆਪਾਂ ਇਕੁਏਸ਼ਨ ਆਫ ਸਰਕਲ ਪ੍ਰੂਫ ਕਰਦੇ ਆਂ ਇਸ ਆਰਟੀਕਲ ਦਾ। ਚਲੋ ਇਕੁਏਸ਼ਨ ਆਫ ਸਰਕਲ ਕੀ ਗਿਵਨ ਆ x² + y² = a² ਐਂਡ ਲਾਈਨ ਦੀ ਇਕੁਏਸ਼ਨ ਕੀ ਗਿਵਨ ਆ y = mx plus c। ਪ੍ਰੂਫ ਕਰਨਾ ਜੋ ਲਾਈਨ ਹੈ ਸਰਕਲ ਨੂੰ ਕੀ ਕਰ ਰਹੀ ਹੈ 2 ਪੁਆਇੰਟ ਤੇ ਕੱਟ ਕਰ ਰਹੀ ਆ। ਸੋ ਮੀਨਸ ਆਪਾਂ ਆਪ ਨੂੰ ਸਪੋਜ਼ ਸਰਕਲ ਜੇ ਬਣਾ ਸਪੋਜ਼ ਆ ਆਪਾਂ ਨੂੰ ਲਾਈਨ ਦੇ ਬਣਾ ਸ਼ੋ ਕਰਨਾ ਕਿ ਜੋ ਆ ਲਾਈਨ ਆ ਸਰਕਲ ਨੂੰ ਕਿੰਨੇ ਪੁਆਇੰਟ ਤੇ ਕੱਟ ਕਰ ਰਹੀ ਆ 2 ਪੁਆਇੰਟ ਤੇ। ਮੀਨਸ ਆਪਾਂ ਸਰਕਲ ਐਂਡ ਲਾਈਨ ਦੀ ਕੀ ਫਾਈਂਡ ਕਰਨੀ ਆ ਪੁਆਇੰਟ ਆਫ ਇੰਟਰਸੈਕਸ਼ਨ ਫਾਈਂਡ ਕਰਨੀ ਆ। ਜੋ ਤੁਹਾਨੂੰ ਪਤਾ ਤੁਸੀਂ ਕੋਈ ਦੋ ਲਾਈਨ ਕਿਸੇ ਵੀ ਦੋ ਤੁਹਾਨੂੰ ਇਕੁਏਸ਼ਨਸ ਗਿਵਨ ਹੋ ਦੋ ਇਕੁਏਸ਼ਨ ਦੇ ਇੰਟਰਸੈਕਸ਼ਨ ਤੁਸੀਂ ਕਿਵੇਂ ਫਾਈਂਡ ਕਰਦੇ ਹੋ। ਚਲੋ ਆਪਾਂ 1 ਐਂਡ 2 ਦੀ ਕੀ ਫਾਈਂਡ ਕਰਦੇ ਆ ਇੰਟਰਸੈਕਸ਼ਨ ਫਾਈਂਡ ਕਰਦੇ ਆ ਐਂਡ ਪ੍ਰੂਫ ਕਰ ਦਿੰਦੇ ਆ ਕਿ ਜੋ ਸੈਕੰਡ ਜੋ ਲਾਈਨ ਆ ਉਹ ਸਰਕਲ ਨੂੰ ਕਿੰਨੇ ਪੁਆਇੰਟ ਤੇ ਕੱਟ ਕਰ ਰਹੀ ਆ 2 ਪੁਆਇੰਟ ਤੇ ਕੱਟ ਕਰ ਰਹੀ ਆ। ਚਲੋ ਪ੍ਰੂਫ ਕਰਦੇ ਆ ਉਹ ਕਿਵੇਂ ਫਾਈਂਡ ਕਰਦੇ ਆ। ਆਪਾਂ ਲਾਈਨ ਤੋਂ y ਦੀ ਵੈਲਿਊ ਫਾਈਂਡ ਕਰਦੇ ਆ ਐਂਡ ਬਾਅਦ ਚ ਪੁੱਟ ਕਰ ਦਿੰਦੇ ਆ। ਚਲੋ ਲਾਈਨ ਤੋਂ ਆਪਣੇ ਕੋਲ y ਦੀ ਵੈਲਿਊ ਆਲਰੇਡੀ ਗਿਵਨ ਆ y ਦੇ ਇਕੁਅਲ ਗਿਵਨ ਆ mx c। ਚਲੋ y ਨੂੰ ਕਿੱਥੇ ਪੁੱਟ ਕਰ ਦਿੰਦੇ ਆ ਇਨ 1 put y is equal to mx plus c 1 ਪੁੱਟ ਕਰਦੇ ਆਪਾਂ ਇੰਟਰਸੈਕਸ਼ਨ ਫਾਈਂਡ ਕਰ ਲਈ mx plus c ਦਾ ਸਕੁਅਰ x ਸਕੁਅਰ plus y ਦੀ ਵੈਲਿਊ ਕਿੰਨੀ ਹੈ mx plus c is equal to a ਸਕੁਅਰ। ਹੁਣ ਆ ਸਕੁਅਰ ਐਕਸਪੈਂਡ ਕਰ ਲਓ ਐਂਡ ਸੋਲਵ ਕਰ ਲਓ। ਕੀ ਆ ਗਿਆ ਆਪਣੇ ਕੋਲ x ਸਕੁਅਰ plus m ਸਕੁਅਰ x ਸਕੁਅਰ plus c ਸਕੁਅਰ plus 2m cx is equal to a square। तो सेम कोएफिशिएंट ਆਪਾਂ ਕੰਬਾਈਨ ਕਰ ਲੈਣੇ ਆ। ਚਲੋ x ਸਕੁਅਰ ਦਾ ਕੋਐਫੀਸ਼ੀਐਂਟ ਕੀ ਆ ਗਿਆ x ਸਕੁਅਰ 1 + m ਸਕੁਅਰ। m ਦਾ ਕੋਐਫੀਸ਼ੀਐਂਟ ਕੀ ਬਚਿਆ 2mc plus c ਸਕੁਅਰ minus a ਸਕੁਅਰ is equal to 0। ਚਲੋ ਆਪਾਂ 1 ਤੇ 2 ਦੀ ਇੰਟਰਸੈਕਸ਼ਨ ਫਾਈਂਡ ਕਰ ਲਈ 2 ਤੋਂ y ਦੀ ਵੈਲਿਊ ਫਾਈਂਡ ਕੀਤੀ 1 ਚ ਪੁੱਟ ਕਰ। ਚਲੋ ਆਪਣੇ ਕੋਲ ਥਰਡ ਇਕੁਏਸ਼ਨ ਆ ਗਈ। ਕੀ ਬਣ ਗਿਆ ਆਪਣੇ ਕੋਲ ਥਰਡ ਇਕੁਏਸ਼ਨ ਬਣ ਗਈ। ਚਲੋ ਥਰਡ ਆਪਣੇ ਕੋਲੇ ਕੀ ਆ ਕੁਆਡਰੇਟਿਕ ਇਕੁਏਸ਼ਨ ਬਣੀ ਹੈ ਇਨ ਟਰਮ ਆਫ x। ਆ ਕੀ ਬਣ ਗਈ ਥਰਡ ਵਿਚ ਇਜ਼ ਕੁਆਡਰੇਟਿਕ ਇਕੁਏਸ਼ਨ ਇਨ x। ਥਰਡ ਆਪਣੇ ਕੋਲ ਕੀ ਆ ਚੁੱਕੀ ਆ ਕੁਆਡਰੇਟਿਕ ਇਕੁਏਸ਼ਨ ਆ ਗਈ ਇਨ ਟਰਮ ਆਫ x। ਆਪਾਂ ਨੂੰ ਪਤਾ ਜੇ ਆਪਣੇ ਕੋਲੇ ਕੁਆਡਰੇਟਿਕ ਇਕੁਏਸ਼ਨ ਆ ਉਹਨੇ ਆਲਵੇਸ ਕਿੰਨੀਆਂ ਵੈਲਿਊਜ਼ ਦੇਣੀਆਂ ਨੇ 2 ਵੈਲਿਊਜ਼ ਦੇਣੀਆਂ ਨੇ। ਦੇਅਰਫੋਰ ਆਪਣੇ ਕੋਲ ਥਰਡ ਤੋਂ ਕੀ ਆ ਜਾਣਗੀਆਂ 2 ਵੈਲਿਊਜ਼ ਆਫ x ਆ ਜਾਣਗੀਆਂ। ਕੌਜ਼ ਇਹ ਕੀ ਆ ਕੁਆਡਰੇਟਿਕ ਇਕੁਏਸ਼ਨ ਨੇ x ਦੀਆਂ ਕਿੰਨੀਆਂ ਵੈਲਿਊਜ਼ ਦੇ ਦੇਣੀਆਂ ਆਪਾਂ ਨੂੰ 2 ਵੈਲਿਊਜ਼ ਦੇ ਦੂਗੀ। ਚਲੋ ਜੇ x ਤੋਂ 2 ਵੈਲਿਊ ਸੌਰੀ ਥਰਡ ਤੋਂ ਆਪਣੇ ਕੋਲ x ਦੀਆਂ ਕਿੰਨੀਆਂ ਵੈਲਿਊਜ਼ ਆ ਗਈਆਂ 2 ਵੈਲਿਊਜ਼ ਆ ਗਿਆ। ਉਹਨਾਂ ਨੂੰ ਸੈਕੰਡ 'ਚ ਪੁੱਟ ਕਰਿਓ ਆਪਣੇ ਕੋਲੇ ਕੋਰਸਪੋਂਡਿੰਗ ਕਿਹਦੀਆਂ ਵੈਲਿਊਜ਼ ਆ ਜਾਣਗੀਆਂ y ਦੀਆਂ। ਚਲੋ x ਦੀਆਂ ਵੈਲਿਊ ਵੀ ਆ ਗਈਆਂ 2 ਵੈਲਿਊ x ਦੀਆਂ ਆ ਜਾਣਗੀਆਂ ਕੋਰਸਪੋਂਡਿੰਗ 2 ਕਿਹਦੀਆਂ ਵੈਲਿਊ ਆ ਗਿਆ y ਦੀਆਂ ਵੈਲਿਊ ਆ ਗਈਆਂ। ਇਟ ਮੀਨਸ ਆਪਣੇ ਕੋਲੇ ਇੰਟਰਸੈਕਸ਼ਨ ਦੇ ਕਿੰਨੇ ਪੁਆਇੰਟ ਆ ਜਾਣਗੇ 2 ਪੁਆਇੰਟ ਆ ਜਾਣਗੇ। ਆਪਣੇ ਕੋਲ ਕੀ ਆ ਜਾਣਗੇ ਇੰਟਰਸੈਕਸ਼ਨ ਦੇ 2 ਪੁਆਇੰਟ ਆ ਜਾਣਗੇ। ਇੱਥੋਂ ਪ੍ਰੂਫ ਹੋ ਗਿਆ ਕਿ ਜੋ ਲਾਈਨ ਆ ਉਹ ਸਰਕਲ ਨੂੰ ਕਿੰਨੇ ਪੁਆਇੰਟ ਤੇ ਕੱਟ ਕਰ ਰਹੀ ਆ 2 ਪੁਆਇੰਟ ਤੇ ਕੱਟ ਕਰ ਰਹੀ ਆ। ਨੈਕਸਟ ਆਪਾਂ ਕੰਡੀਸ਼ਨ ਫਾਈਂਡ ਕਰਨੀ ਆ ਕਿ ਆ ਲਾਈਨ ਟੈਂਜੈਂਟ ਕਦੋਂ ਬਣੂਗੀ। ਆਲਸੋ ਫਾਈਂਡ ਦਾ ਕੰਡੀਸ਼ਨ ਫॉर ਟੈਂਜੈਂਟ। ਕੰਡੀਸ਼ਨ ਫਾਈਂਡ ਕਰਨੀ ਆ ਕਿ ਜੋ ਆ ਲਾਈਨ ਆ ਉਹ ਸਰਕਲ ਨੂੰ ਟੈਂਜੈਂਟ ਕਦੋਂ ਬਣੂਗੀ। ਚਲੋ ਦੇਖੋ ਆਪਾਂ ਕਹਿ ਰਹੇ ਆ ਕਿ ਥਰਡ ਆਪਣੇ ਕੋਲੇ ਕੀ ਆ ਕੁਆਡਰੇਟਿਕ ਇਕੁਏਸ਼ਨ ਆਣਾ। ਜੇ ਥਰਡ ਆਪਣੇ ਕੋਲੇ ਕੀ ਆ ਕੁਆਡਰੇਟਿਕ ਇਕੁਏਸ਼ਨ ਆ ਇਹਨੇ x ਦੀਆਂ ਕਿੰਨੀਆਂ ਵੈਲਿਊਜ਼ ਦੇਣੀਆਂ ਨੇ 2 ਵੈਲਿਊਜ਼ ਦੇਣੀਆਂ ਨੇ। ਐਂਡ ਆਪਾਂ ਨੂੰ ਇਹ ਵੀ ਪਤਾ ਜੋ ਕੁਆਡਰੇਟਿਕ ਇਕੁਏਸ਼ਨ ਆ ਉਥੋਂ x ਦੀਆਂ ਵੈਲਿਊਜ਼ ਕੀ ਆ ਸਕਦੀਆਂ ਡਿਸਟਿੰਕਟ ਵੀ ਆ ਸਕਦੀਆਂ ਨੇ ਮੀਨ ਡਿਫਰੈਂਟ ਵੈਲਿਊ ਵੀ ਆ ਸਕਦੀਆਂ ਨੇ ਵੈਲਿਊਜ਼ ਇਕੁਅਲ ਵੀ ਆ ਸਕਦੀਆਂ ਨੇ ਵੈਲਿਊਜ਼ ਇਮੇਜਨਰੀ ਵੀ ਆ ਸਕਦੀਆਂ ਨੇ। ਇਹ ਤੁਹਾਨੂੰ ਕੰਡੀਸ਼ਨ ਪਤਾ ਵਾ ਨਾ ਕਿ ਆਪਣੇ ਕੋਲ ਜੇ ਕੁਆਡਰੇਟਿਕ ਇਕੁਏਸ਼ਨ ਆ ਉਹ ਆਪਾਂ ਨੂੰ ਇਕੁਅਲ ਵੈਲਿਊ ਵੀ ਦੇ ਸਕਦੀ ਆ ਇਮੇਜਨਰੀ ਵੈਲਿਊ ਵੀ ਦੇ ਸਕਦੀ ਆ ਐਂਡ ਡਿਫਰੈਂਟ ਵੈਲਿਊ ਵੀ ਦੇ ਸਕਦੀ ਆ। ਹੁਣ ਆਪਾਂ ਕੰਡੀਸ਼ਨ ਫਾਈਂਡ ਕਰਨੀ ਆ ਕਿ ਉਹ ਕੀ ਬਣੇ ਟੈਂਜੈਂਟ ਬਣੇ। ਚਲੋ ਹੁਣੇ ਆਪਾਂ ਇਹ ਪ੍ਰੂਫ ਕਰ ਚੁੱਕੇ ਆ ਕਿ ਜੋ ਆ ਲਾਈਨ ਆ 2 ਕਿੰਨੇ ਪੁਆਇੰਟ ਤੇ ਕੱਟ ਕਰ ਰਹੀ ਹੈ 2 ਪੁਆਇੰਟ ਤੇ ਕੱਟ ਕਰੇ ਬਿਕੋਜ਼ ਇਥੋਂ x ਦੀਆਂ 2 ਵੈਲਿਊਜ਼ ਆਉਣੀਆਂ ਨੇ ਕੋਰਸਪੋਂਡਿੰਗ y ਦੀਆਂ 2 ਵੈਲਿਊਜ਼ ਆ ਜਾਣਗੀਆਂ ਤਾਂ ਆਪਣੇ ਕੋਲੇ 2 ਪੁਆਇੰਟਸ ਆ ਜਾਣਗੇ ਇੰਟਰਸੈਕਸ਼ਨ ਦੇ ਨਾਲ।
ਹੁਣ ਇਹੀ ਲਾਈਨ ਟੈਂਜੈਂਟ ਕਦੋਂ ਬਣੂਗੀ? ਹੁਣ ਆਪਣੇ ਟੈਂਜੈਂਟ ਦਾ ਕੀ ਮੀਨਿੰਗ ਹੁੰਦਾ ਵਾ ਕਿ ਕੋਈ ਲਾਈਨ ਸਰਕਲ ਨੂੰ ਸਿਰਫ ਇੱਕ ਪੁਆਇੰਟ ਤੇ ਟੱਚ ਕਰੇ। ਤੁਸੀਂ ਇਸ ਤਰ੍ਹਾਂ ਹੋਵੇ ਨਾ ਸਿਰਫ ਇੱਕ ਪੁਆਇੰਟ ਦੀ ਉਹ ਕੀ ਕਰਨੀ ਚਾਹੀਦੀ ਹੈ, ਟੱਚ ਕਰਨੀ ਚਾਹੀਦੀ ਹੈ, ਜਾਂ ਕਹਿ ਸਕਦੇ ਆ ਕਿ ਉਹ ਇੱਕ ਪੁਆਇੰਟ ਦੀ ਸਰਕਲ ਨੂੰ ਕੱਟ ਕਰਨੀ ਚਾਹੀਦੀ ਆ, ਓਨਲੀ ਇੱਕ ਪੁਆਇੰਟ ਤੇ ਨਾ। ਚਲੋ ਹੁਣ ਆ ਆਪਣੇ ਕੋਲੇ ਕੰਡੀਸ਼ਨ ਆਈ ਸੀ, ਇੰਟਰਸੈਕਸ਼ਨ ਫਾਈਂਡ ਕੀਤੀ, ਥਰਡ ਆ ਗਿਆ ਸੀ ਆਪਣੇ ਕੋਲੇ, ਥਰਡ ਤੋਂ ਦੋ ਵੈਲਿਊਜ਼ ਆ ਰਹੀਆਂ ਨੇ। ਜੋ ਇਹਦਾ ਮਤਲਬ ਜੇ ਲਾਈਨ ਨੂੰ ਟੈਂਜੈਂਟ ਬਣਨਾ ਪੈਣਾ ਸਾ ਫਸਟ ਤੇ, ਜੋ ਸੈਕੰਡ ਆ ਉਹ ਫਸਟ ਤੇ ਟੈਂਜੈਂਟ ਕਦੋਂ ਬਣੂਗੀ? ਜਦੋਂ ਆਪਣੇ ਕੋਲੇ ਰੂਟਸ ਕੀ ਆਉਣਗੇ, ਇਕੁਅਲ ਵੈਲਿਊਜ਼ ਆ ਜਾਣਗੀਆਂ। ਇਹ ਤਾਂ ਆਪਾਂ ਪ੍ਰੂਫ ਕਰਤਾ ਨਾ ਕਿ ਪੁਆਇੰਟ ਆਫ ਇੰਟਰਸੈਕਸ਼ਨ ਕਿੰਨੇ ਆਏ ਆ, 2 ਆਏ ਆ। ਬਟ ਆਪਾਂ ਹੁਣ ਕੰਡੀਸ਼ਨ, ਚਲੋ ਉਹ ਪ੍ਰੂਫ ਹੋ ਗਿਆ ਫਸਟ ਪਾਰਟ ਦਾ। ਨੈਕਸਟ ਆਪਾਂ ਪ੍ਰੂਫ ਕਰਨਾ ਵਾ ਕਿ ਉਹ ਕੀ ਬਣੇ, ਟੈਂਜੈਂਟ ਬਣੇ। ਹੁਣ ਆਹ ਹੀ ਲਾਈਨ ਆ ਆਪਾਂ ਪ੍ਰੂਫ ਕੀਤਾ ਸੀ ਕਿ ਲਾਈਨ ਆਪਣੇ ਕੋਲ ਸਪੋਜ਼ ਸਰਕਲ ਸੀ, ਆ ਲਾਈਨ ਸੀ ਨਾ, ਪ੍ਰੂਫ ਕਰਤਾ 2 ਪੁਆਇੰਟ ਤੇ ਕੱਟ ਕਰ ਰਹੀ ਆ। ਹੁਣ ਆਹ ਲਾਈਨ ਆ ਟੈਂਜੈਂਟ ਕਦੋਂ ਬਣੂਗੀ? ਜਦੋਂ ਇੱਕ ਪੁਆਇੰਟ ਤੇ ਕੱਟ ਕਰੂਗੀ। ਮੀਨਸ ਆ ਦੋਨੋਂ ਪੁਆਇੰਟ ਕੀ ਆਉਣਗੇ, ਸੇਮ ਆ ਜਾਣਗੇ ਨਾ। ਦੋਨੋਂ ਪੁਆਇੰਟ ਕੀ ਆ ਜਾਣਗੇ, ਸੇਮ ਆ ਜਾਣਗੇ। ਪੁਆਇੰਟ 2 ਹੀ ਆਉਣੇ ਆ ਇੰਟਰਸੈਕਸ਼ਨ ਦੇ, ਟੈਂਜੈਂਟ ਦੇ ਕੇਸ 'ਚ ਵੀ ਜਿਹਨੇ ਟੈਂਜੈਂਟ ਮਾਰਨਾ ਵਾ, ਬਟ ਪੁਆਇੰਟਸ ਕੀ ਆਉਣੇ ਚਾਹੀਦੇ ਆ, ਇਕੁਅਲ ਆਉਣੇ ਚਾਹੀਦੇ ਆ। ਚਲੋ ਹੁਣ ਆਪਾਂ ਕਹਿੰਦੇ ਆ ਸੈਕੰਡ ਕੀ ਬਣੂਗੀ, ਸੈਕੰਡ ਇਜ਼ ਟੈਂਜੈਂਟ ਟੂ ਫਸਟ। ਜੋ ਸੈਕੰਡ ਲਾਈਨ ਆ ਫਸਟ ਨੂੰ ਟੈਂਜੈਂਟ ਬਣ ਜੂਗੀ ਇਫ ਫਰੋਮ ਥਰਡ ਇਕੁਏਸ਼ਨ ਤੋਂ ਰੂਟਸ ਕੀ ਆ ਜਾਣਗੇ ਜਾਂ x ਦੀਆਂ ਵੈਲਿਊਜ਼ ਕੀ ਆ ਜਾਣਗੀਆਂ, ਇਕੁਅਲ ਆ ਜਾਣਗੀਆਂ। ਆਪਾਂ ਨੂੰ ਪਤਾ ਜੇ ਕੁਆਡਰੇਟਿਕ ਇਕੁਏਸ਼ਨ ਆ ਉਹਦੀਆਂ ਵੈਲਿਊਜ਼ ਇਕੁਅਲ ਕਦੋਂ ਆਉਂਦੀਆਂ ਨੇ? ਜਦੋਂ ਆਪਣੇ ਕੋਲੇ ਡਿਸਕ੍ਰਿਮੀਨੈਂਟ ਕੀ ਆ ਜਾਂਦਾ ਵਾ ਕੁਆਡਰੇਟਿਕ ਇਕੁਏਸ਼ਨ ਦਾ, 0 ਆ ਜਾਂਦਾ, ਤਾਂ ਆਪਣੇ ਕੋਲੇ ਰੂਟਸ ਕੀ ਆ ਜਾਂਦੇ ਆ, ਇਕੁਅਲ ਆ ਜਾਂਦੇ ਆ। ਇਕੁਅਲ ਰੂਟ ਮੀਨਸ ਆ ਦੋਨੋਂ ਪੁਆਇੰਟ ਸੇਮ ਹੋ ਜਾਣੇ ਆ, ਇਹਨਾਂ ਨੇ ਕੀ ਬਣ ਜਾਣਾ ਵਾ, ਟੈਂਜੈਂਟ ਬਣ ਜਾਣਾ। ਟੈਂਜੈਂਟ ਵਾਲੀ ਕੀ ਕੰਡੀਸ਼ਨ ਆ ਕਿ ਆ ਇਕੁਏਸ਼ਨ ਆਪਾਂ ਨੂੰ ਕੀ ਦੇਵੇ, ਇਕੁਅਲ ਰੂਟ ਦੇਵੇ। ਇਕੁਅਲ ਰੂਟ ਕਦੋਂ ਆਉਂਦੇ ਆ? ਜਦੋਂ ਆਪਣੇ ਕੋਲ ਡਿਸਕ੍ਰਿਮੀਨੈਂਟ ਕੀ ਹੋ ਜਾਂਦਾ ਵਾ, 0 ਹੋ ਜਾਂਦਾ। ਚਲੋ ਇਸ ਇਕੁਏਸ਼ਨ ਦਾ ਡਿਸਕ੍ਰਿਮੀਨੈਂਟ ਫਾਈਂਡ ਕਰੋ। ਚਲੋ ਕੁਆਡਰੇਟਿਕ ਇਕੁਏਸ਼ਨ ਦਾ ਜੇ ਤੁਸੀਂ ਕੁਆਡਰੇਟਿਕ ਇਕੁਏਸ਼ਨ ਨਾਲ ਕੰਪੇਅਰ ਕਰੋਗੇ, ਡਿਸਕ੍ਰਿਮੀਨੈਂਟ ਕੀ ਹੁੰਦਾ ਆਪਣੇ ਕੋਲੇ, b² - 4ac ਹੁੰਦਾ। ਜੇ ਤੁਸੀਂ ਉਸ ਟਾਈਪ ਦੀ ਇਕੁਏਸ਼ਨ ਨਾਲ ਕੰਪੇਅਰ ਕਰੋਗੇ, ਚਲੋ ਆਪਾਂ ਡਿਸਕ੍ਰਿਮੀਨੈਂਟ ਫਾਈਂਡ ਕਰਦੇ ਹਾਂ। ਕੀ ਆ ਗਿਆ, 4m² c² - 4 ਟਾਈਮਸ 1 + m² into c² - a² = 0। ਚਲੋ ਮੈਂ ਡਿਸਕ੍ਰਿਮੀਨੈਂਟ ਨੂੰ ਕੀ ਪੁੱਟ ਕਰਤਾ, 0 ਪੁੱਟ ਕਰਤਾ। ਠੀਕ ਆ, ਇਕੁਏਸ਼ਨ ਹੈ ਕੁਆਡਰੇਟਿਕ ਦਾ ਡਿਸਕ੍ਰਿਮੀਨੈਂਟ ਫਾਈਂਡ ਕਰ ਲਿਓ ਐਂਡ 0 ਪੁੱਟ ਕਰ ਦਿਓ। ਚਲੋ ਹੁਣ ਆਪਾਂ ਇਹਨੂੰ ਸੋਲਵ ਕਰਦੇ ਹਾਂ। ਚਲੋ 4 ਕਾਮਨ ਹੋ ਗਿਆ, m² c²। ਚਲੋ ਮਲਟੀਪਲਾਈ ਕਰ ਦਿੰਦੇ ਆਪਾਂ, ਕੀ ਬਣ ਗਿਆ, c² + a² - c² m² + a² m² = 0। if ਚੱਲ ਰਿਹਾ ਨਾ ਆਪਾਂ ਡਿਸਕ੍ਰਿਮੀਨੈਂਟ ਕੰਡੀਸ਼ਨ ਫਾਈਂਡ ਕਰ ਰਹੇ, if this is discriminant is equal to 0, if this 0, if this equation is 0। ਹੁਣ ਇਹਨੂੰ ਸੋਲਵ ਕਰਦੇ ਹਾਂ। c² m² ਕੈਂਸਲ ਹੋ ਗਿਆ। ਇੱਥੋਂ ਆਪਣੇ ਕੋਲ ਕੀ ਆ ਗਿਆ, -c² + a² × 1 + m² = 0। ਕੀ ਆ ਗਿਆ, if c² is equal to a² × 1 + m², if c is equal to ± a √ 1 + m²। ਚਲੋ ਪਹਿਲਾਂ ਆਪਾਂ ਪ੍ਰੂਫ ਕਰਤਾ ਸੀ ਕਿ ਜੋ ਲਾਈਨ ਆ ਸਰਕਲ ਨੂੰ ਕਿੰਨੇ ਪੁਆਇੰਟ ਤੇ ਕੱਟ ਕਰ ਰਹੀ ਹੈ, 2 ਪੁਆਇੰਟਸ ਤੇ। ਫਿਰ ਆਪਾਂ ਕੰਡੀਸ਼ਨ ਕੀ ਡਿਫਾਈਨ ਕੀਤੀ, ਟੈਂਜੈਂਟ ਦੀ। ਚਲੋ ਟੈਂਜੈਂਟ ਕਦੋਂ ਬਣੂਗੀ, ਜਦੋਂ ਆਪਣੇ ਕੋਲੇ ਦੋਨੋਂ ਪੁਆਇੰਟਸ ਕੀ ਆ ਜਾਣਗੇ, ਇਕੁਅਲ ਆ ਜਾਣਗੇ। ਮੀਨਸ ਕੁਆਡਰੇਟਿਕ ਇਕੁਏਸ਼ਨ ਦੇ ਰੂਟਸ ਕੀ ਬਣ ਜਾਣਗੇ, ਇਕੁਅਲ ਬਣ ਜਾਣਗੇ। ਕਦੋਂ ਇਕੁਅਲ ਹੁੰਦੇ, ਜੋ ਡਿਸਕ੍ਰਿਮੀਨੈਂਟ ਕੀ ਆ ਜਾਏ, 0 ਆ ਜਾਏ। ਆਪਾਂ ਡਿਸਕ੍ਰਿਮੀਨੈਂਟ ਨੂੰ 0 ਪੁੱਟ ਕੀਤਾ, ਉਤੋਂ ਆਪਣੇ ਕੋਲ ਕੀ ਦੀ ਵੈਲਿਊ ਆ ਗਈ, c ਦੀ ਵੈਲਿਊ ਆ ਗਈ। ਇਟ ਮੀਨ ਜੇ ਤੁਹਾਡੇ ਕੋਲੇ c ਦੀ ਵੈਲਿਊ ਕੀ ਆ ਜਾਏਗੀ, ± a √ 1 + m² ਬਣ ਜਾਏਗੀ। ਦੈਨ ਜੋ ਆ ਲਾਈਨ ਆ ਸੈਕੰਡ, ਉਹ ਆਪਣੇ ਕੋਲੇ ਸਰਕਲ ਨੂੰ ਕੀ ਬਣ ਜੂਗੀ, ਟੈਂਜੈਂਟ ਬਣ ਜੂਗੀ। ਜੋ ਲਾਈਨ ਆ ਉਹ ਸਰਕਲ ਨੂੰ ਕੀ ਬਣ ਜੂਗੀ, ਟੈਂਜੈਂਟ ਬਣ ਜਾਏਗੀ। ਪਰ ਕੰਡੀਸ਼ਨ ਫਾਈਂਡ ਹੋ ਗਈ ਕਿ ਇਹ ਸੈਕੰਡ ਲਾਈਨ ਨੇ ਟੈਂਜੈਂਟ ਕਦੋਂ ਬਣਨਾ, ਟੂ ਦਾ ਸਰਕਲ ਦੀ। ਸਰਕਲ ਦੇਖ ਲਓ ਆਹ ਵਾਲਾ ਕੀ ਬਣਾ, x² + y² = a²। ਸਿਰਫ ਇਸ ਸਰਕਲ ਹੀ ਹੋਈ ਕੰਡੀਸ਼ਨ ਆਏ ਆਪਣੇ ਕੋਲੇ। ਯਾ ਲਾਈਨ ਨੇ ਟੈਂਜੈਂਟ ਕਦੋਂ ਬਣਨਾ ਵਾ, ਜਦੋਂ c ਦੀ ਵੈਲਿਊ ਕਿਹਦੇ ਇਕੁਅਲ ਆਊਗੀ, ± a √ 1 + m²। ਚਲੋ ਉੱਥੇ ਆਪਾਂ ਪੁੱਟ ਕਰ ਦਿੰਦੇ ਆ। ਇਕੁਏਸ਼ਨ ਆਫ ਜੇ c ਨਾ ਆ ਗਿਆ ਤਾਂ ਕੀ ਬਣ ਜਾਣੀ ਆਪਣੇ ਕੋਲੇ, ਇਕੁਏਸ਼ਨ ਆਫ ਟੈਂਜੈਂਟ ਬਣ ਜਾਣੀ। ਇਹ ਆਪਣੇ ਕੋਲੇ ਕੀ ਬਣ ਗਈ,
ਆਪਾਂ ਕਹਿੰਦੇ ਹੁੰਦੇ ਸੀ ਨਾ ਆ ਜਾਊਗਾ ਤਾਂ ਲਾਈਨ ਕੀ ਬਣ ਜੂਗੀ, ਟੈਂਜੈਂਟ ਬਣ ਜੂਗੀ। ਇਹਦਾ ਮਤਲਬ ਆ ਕੀ ਬਣ ਗਈ ਆਪਣੇ ਕੋਲੇ, ਆ ਕੀ ਆ ਗਈ, ਇਕੁਏਸ਼ਨ ਆਫ ਟੈਂਜੈਂਟ ਆ ਗਈ, ਇਕੁਏਸ਼ਨ ਆਫ ਟੈਂਜੈਂਟ ਬਣ ਗਈ ਇਨ ਸਲੋਪ ਫਾਰਮ। ਇਨ ਸਲੋਪ ਫਾਰਮ ਵੀ ਬੋਲ ਦਿੰਦੇ ਇਹਨੂੰ ਆਪਾਂ, ਸਲੋਪ ਫਾਰਮ, ਇਕੁਏਸ਼ਨ ਆਫ ਟੈਂਜੈਂਟ ਇਨ ਟਰਮ ਆਫ ਸਲੋਪ ਫਾਰਮ। ਬਿਕੋਜ਼ ਆਪਾਂ ਨੂੰ ਇਹਦੀ ਸਲੋਪ ਪਤਾ ਲੱਗ ਰਹੀ ਹੈ, ਸਲੋਪ ਕਿੰਨੀ ਹੈ ਟੈਂਜੈਂਟ ਦੀ, m। ਠੀਕ ਹੈ, c ਦੀ ਵੈਲਿਊ ਪੁੱਟ ਕਰ ਦੋਗੇ, ਆਪਣੇ ਕੋਲ ਕੀ ਬਣ ਗਈ, ਇਕੁਏਸ਼ਨ ਆਫ ਟੈਂਜੈਂਟ ਬਣ ਗਈ ਇਨ ਸਲੋਪ ਫਾਰਮ। ਬਿਕੋਜ਼ ਇਹਦੀ ਸਲੋਪ ਆਪਾਂ ਨੂੰ ਪਤਾ ਲੱਗ ਰਹੀ ਹੈ ਕਿੰਨੀ ਸਲੋਪ ਆ, m ਸਲੋਪ ਆ ਨਾ। एक होर गल है कि इस आर्टिकल जे पॉइंट्स की आ जाएंगे क्वाड्रेटिक इक्वेशन तो इमेजनरी आ जाएंगे, फिर लाइन उन्होंने इमेजनरी पॉइंट से कट करूँगी। आप ये नहीं कहना कट नहीं कर रही, वो हाइपोथेटिकली की कर रही है, इमेजनरी पॉइंट्स से कट कर रही है। ठीक है, जे पॉइंट्स की आ जाएंगे इमेजनरी आ जाएंगे, कट 2 पॉइंट से ही करना, बट वो पॉइंट किहड़े आ, इमेजनरी आ। ये ना कह दो भी कट नहीं कर रही, कट कर रही है बट पॉइंट्स की आया थोड़े कोले इमेजनरी आया, जे ਉਹਦੇ रूट्स की आउणगे इमेजनरी आउणगे क्वाड्रेटिक इक्वेशन ਦੇ ਨਾਲ। ਆਪਾਂ ਕੀ ਕਰ ਲਿਆ, ਸਰਕਲ ਕਰ ਲਿਆ ਐਂਡ ਪ੍ਰੂਫ ਕਰ ਲਿਆ ਕਿ ਸਰਕਲ ਦੇ ਟੈਂਜੈਂਟ ਦੀ ਇਕੁਏਸ਼ਨ ਵੀ ਫਾਈਂਡ ਕਰਨੀ ਹੈ। ਆ ਆਪਣੇ ਕੋਲ ਕੀ ਸਪੋਜ਼ ਕਰ ਲਓ ਸੈਂਟਰ ਆ, ਚਲੋ P ਪੁਆਇੰਟ ਤੇ ਆਪਾਂ ਟੈਂਜੈਂਟ ਫਾਈਂਡ ਕਰਦੇ ਆ ਐਂਡ ਸੇਮ ਪੁਆਇੰਟ ਤੇ ਆਪਾਂ ਕੀ ਫਾਈਂਡ ਕਰਦੇ ਹੁੰਦੇ ਆ, ਨਾਰਮਲ। ਇੱਕ ਤੁਹਾਨੂੰ ਆਪਾਂ ਕੱਲ ਵੀ ਤੁਹਾਨੂੰ ਦੱਸ ਹੀ ਦਿੱਤਾ ਸੀ ਕਿ ਜੋ ਨਾਰਮਲ ਹੁੰਦਾ ਉਹਨੇ ਆਲਵੇਜ਼ ਕਿੱਥੋਂ ਪਾਸ ਕਰਨਾ, ਸੈਂਟਰ ਚੋਂ ਪਾਸ ਕਰਨਾ। ਠੀਕ ਹੈ, ਬਿਕੋਜ਼ ਕੋਈ ਨਾਰਮਲ ਦੀ ਇਕੁਏਸ਼ਨ ਫਾਈਂਡ ਕਰੋਗੇ ਉਹਨੂੰ ਸੈਂਟਰ ਦਾ ਕੋਆਰਡੀਨੇਟ ਆਲਵੇਜ਼ ਕੀ ਕਰੂਗਾ, ਸੈਟੀਸਫਾਈ ਕਰੂਗਾ ਹੀ ਕਰੂਗਾ। ਇਟ ਮੀਨਸ ਜੋ ਨਾਰਮਲ ਆ ਉਹ ਆਲਵੇਜ਼ ਕਿੱਥੋਂ ਪਾਸ ਕਰਦਾ, ਸੈਂਟਰ ਚੋਂ ਪਾਸ ਕਰਦਾ ਵਾ। ਇੱਕ ਹੋਰ ਕੰਡੀਸ਼ਨ ਆ ਇੱਥੋਂ ਆਪਣੇ ਕੋਲ ਜਿਹੜਾ ਆਪਾਂ ਆਰਟੀਕਲ ਕਰ ਲਿਆ ਵਾ, ਇਸ ਆਰਟੀਕਲ ਤੇ ਇੱਕ ਹੋਰ ਕੰਡੀਸ਼ਨ ਆਈ ਆਪਣੇ ਕੋਲੇ ਕਿ ਕੋਈ ਲਾਈਨ ਸਰਕਲ ਨੂੰ ਕਦੋਂ ਟੱਚ ਕਰੂਗੀ, ਇਫ ਰੇਡੀਅਸ ਕਿਹਦੇ ਇਕੁਅਲ ਆ ਜਾਊਗਾ, ਇਜ਼ ਇਕੁਅਲ ਟੂ ਪਰਪੈਂਡੀਕੂਲਰ ਡਿਸਟੈਂਸ ਆਫ ਲਾਈਨ ਫਰੋਮ ਦਾ ਸੈਂਟਰ। कोई लाइन, एनी लाइन टच द सर्कल, कोई लाइन सर्कल कदों टच करूगी, इफ जो सर्कल का रेडियस किहदे इक्वल आ जाएगा, परपेंडिकुलर डिस्टेंस ऑफ लाइन फ्रॉम सेंटर आ जाएगा। जो सेंटर तो लाइन की परपेंडिकुलर डिस्टेंस किहदे इक्वल आ गई, आ रेडियस के इक्वल बन गई, दैन वो लाइन की आ सर्कल नूं की बन जूगी, टेंजेंट बन जूगी। परपेंडिकुलर डिस्टेंस लाइन की सर्कल के सेंटर तो किहदे इक्वल आ गई, सर्कल के रेडियस के इक्वल आ गई, तो जो लाइन आ वो सर्कल नूं की कर बन जूगी, टेंजेंट बन जूगी। तो क्वेश्चन फाइंड कर लिया, कंडीशन जरूर याद रखे, इसे आर्टिकल तो आई अपने को। नेक्स्ट आर्टिकल सेम ही आर्टिकल है एज इट इज या, फाइंड द कंडीशन दैट, फाइंड द कंडीशन दैट लाइन Lx plus My plus n is equal to 0 may touch the circle, may touch the circle x square plus y square is equal to a square. Also find point of contact. Find the condition that the line Lx plus My plus n is equal to 0 may touch the circle. Also find the point of contact. कंडीशन फाइंड करनी है कि यह लाइन सर्कल ਨੂੰ ਕਦੋਂ ਟੱਚ ਕਰੂਗੀ। ठीक है, कोई लाइन के बना आप कंडीशन फाइंड करनी है कि यह लाइन सर्कल ਨੂੰ ਕਦੋਂ टच करेगी। चलो प्रूफ करते हैं एंड कंडीशन याद भी रखियो ये कि कोई लाइन आही सर्कल की गल कर रहे हैं पर खास करके x स्क्वायर प्लस y स्क्वायर इज इक्वल टू a स्क्वायर। जो सर्कल चेंज हो गया थोड़े कोले, ठीक है, एक सिर्फ आप आर्टिकल किहदे लई कर रहे हैं जिहदा सेंटर की है 0 0 आ। जो तुसीं दूसरे सर्कल लई करोगे तो कंडीशन चेंज हो जानियां ने।
प्रूफ करते हैं। इक्वेशन ऑफ सर्कल अपन की गिवन है x² + y² = a² तो नंबर 1 दे देने हैं। एंड इक्वेशन ऑफ लाइन की गिवन है lx + my + n = 0। मैं प्रूफ करना वा की फाइंड करना, कंडीशन फाइंड करनी है कि सैकंड फर्स्ट को की बने टेंजेंट बन जाए या टच करे ना। लेट सैकंड टच द सर्कल 1 एट पॉइंट x1, y1। सपोज कर लो जो लाइन है अपने को lx + my + n = 0 वो सर्कल ਨੂੰ टच कर रही है किहड़े पॉइंट ते x1, y1 ते। आप अपने को सपोज कर लिया है भी जब की सपोज कर लिया कि आ सर्कल सी एंड आ लाइन सी अपने को आ सैकंड लाइन सी फर्स्ट सर्कल सी तो किहड़े पॉइंट ते टच कर रहे हैं x1, y1 ते टच कर रहे हैं। सपोज कर लिया आप कंडीशन फाइंड कर देंगे कि कदों टच कर देंगे एंड आ पॉइंट फाइंड कर देंगे x1, y1 पॉइंट की आ गया फाइंड करना ना पॉइंट ऑफ कंटैक्ट मीनस किहड़े पॉइंट ते टच कर रहे हो पॉइंट भी फाइंड करना है। चलो पहले अपने को सपोज कर लिया आप कि सपोज कर लो कि दोनों किहड़े पॉइंट ते टच कर रहे हैं x1, y1 ते। जे टच कर रहे हैं x1, y1 ते ਇਹਦਾ मतलब x1, y1 ਆ ਉਹ ਲਾਈਨ ਤੇ ਵੀ ਲਾਈ ਕਰੂਗਾ पॉइंट सिमिलरली और किथे लाई करूगा सर्कल ते भी लाई करूगा। इट मीन जो पॉइंट आ x1, y1 ਨੂੰ किथे लाई कर गया सर्कल ते लाई कर गया। चलो पे कंडीशन बाद च लिख लेने हैं ਜਦੋਂ ਆਪਾਂ ਜ਼ਰੂਰਤ ਪਈ। ਹੁਣ ਆਪਾਂ ਸਪੋਜ਼ ਕਰ ਲਿਆ ਕਿ ਜੋ ਲਾਈਨ ਸੈਕੰਡ ਆ ਫਸਟ ਨੂੰ ਕੀ ਕਰ ਰਹੀ ਆ ਟੱਚ ਕਰ ਰਹੀ ਆ ਐਟ ਪॉइंट x1। चलो आप लिख देने इक्वेशन ऑफ टेंजेंट एट x1, y1 बट अपन इक्वेशन ऑफ टेंजेंट आप x1, y1 ते टेंजेंट की इक्वेशन भी लिख सकते हैं। आप गल फाइंड करनी है आ सर्कल आ इस पॉइंट ते आप की फाइंड करनी है इक्वेशन ऑफ टेंजेंट फाइंड करनी है। की होंगी है इक्वेशन ऑफ टेंजेंट x(x1) y(y1) = a²। x(x1) + y(y1) = a²। एक आप सपोज किया वा कि यह सैकंड लाइन 1 ਨੂੰ टच कर रही है किहड़े पॉइंट ते x1, y1 ते। एक टेंजेंट आप अपने को फाइंड कर लिया किहड़े पॉइंट ते सेम पॉइंट ते किहड़े पॉइंट ते x1, y1 ते। ਇਹਦਾ मतलब x1, y1 ਤੇ ਆਪਣੇ ਕੋਲ ਦੋ ਟੇਂजेंट आ गए बट ਆਪਾਂ ਨੂੰ पता ਆਪਾਂ ਸਰਕਲ ਦੇ ਇੱਕ ਪੁਆਇੰਟ ਤੇ ਓਨਲੀ ਕਿੰਨੇ ਟੇਂजेंट ਡਰਾ ਕਰ ਸਕਦੇ ਹਾਂ ਓਨਲੀ 1 ਟੇਂजेंट ਡਰਾ ਕਰ ਸਕਦੇ ਹਾਂ बट ਆਪਾਂ ਇੱਕ ਪੁਆਇੰਟ ਤੇ ਕਿੰਨੇ ਟੇਂजेंट ਡਰਾ ਕਰ ਚੁੱਕੇ ਹਾਂ ਇੱਕ ਆਪਾਂ ਸਪੋਜ਼ ਕੀਤਾ ਹੋਇਆ ਸੈਕੰਡ ਇੱਕ ਥਰਡ ਆਪਾਂ ਡਰਾ ਕਰ ਲਿਆ ਕਿਹੜਾ 3। ਇਹਦਾ मतलब दोनों ਟੇਂजेंट्स ਕੀ ਹੋਣਗੇ ਸੇਮ ਹੋਣਗੇ ਬਿਕੋਜ਼ ਸਰਕਲ ਦੇ ਇੱਕ ਪੁਆਇੰਟ ਤੇ ਕਿੰਨੇ ਟੇਂजेंट ਹੋਣੇ ਆ ਆਲਵੇਜ਼ ਇੱਕੋ ਹੀ ਟੇਂजेंट ਆਉਣਾ ਵਾ। ਆਪਾਂ ਦੋ ਟੇਂजेंट ਡਰਾ ਕਰ ਲਏ ਇੱਕ ਸੈਕੰਡ ਹੋ ਗਿਆ एक आप थर्ड टेंजेंट ड्रॉ कर लिया। इट मीन सैकंड ते थर्ड की होंगे सेम लाइन्स ही होंगे। चलो फिर कंडीशन लाने आप देयरफॉर 2 and 3 रिप्रेजेंट्स सेम लाइन। कहता अपन एक पॉइंट ते दो टेंजेंट ड्रॉ करते बट एक पॉइंट ते एक ही टेंजेंट ड्रॉ कर सकते हैं। ਇਹਦਾ मतलब की है कि जो दोनों टेंजेंट आए हो होंगे सेम होंगे। ਹੁਣ ਆਪਾਂ ਨੂੰ ਪਤਾ ਦੋ ਲਾਈਨਸ ਕਦੋਂ ਸੇਮ ਹੋਣਗੀਆਂ ਜਦੋਂ ਉਹਨਾਂ ਦੇ ਕੋਰਸਪੋਂਡਿੰਗ ਕੋਐਫੀਸ਼ੀਐਂਟਸ ਕੀ ਹੋਣਗੇ ਸੇਮ ਰੇਸ਼ੋ 'ਚ ਹੋਣਗੇ। देयरफॉर ਕੰਪੇਅਰ ਕੀ ਕਰਦੇ ਨੇ ਕੰਪੇਅਰ ਕੋਐਫੀਸ਼ੀਐਂਟਸ ਇਨ ਸੈਕੰਡ ਐਂਡ ਥਰਡ। ਸੈਕੰਡ ਤੇ ਥਰਡ 'ਚ ਕੀ ਕੰਪੇਅਰ ਕਰੋ ਕੋਐਫੀਸ਼ੀਐਂਟ ਕੰਪੇਅਰ ਕਰੋ। ਦੋਨੋਂ ਲਾਈਨ ਸੇਮ ਹੋ ਗਈਆਂ। ਹੁਣ ਸੇਮ ਲਾਈਨ ਦੀ ਆਪਣੇ ਕੋਲੇ ਕੀ ਕੰਡੀਸ਼ਨ ਆ ਕਿ ਦੋ ਲਾਈਨ ਆਪਣੇ ਕੋਲੇ ਕਦੋਂ ਸੇਮ ਹੁੰਦੀਆਂ ਨੇ ਜਦੋਂ दोनों के कोरस्पोंडिंग कोएफिशिएंट्स की होंगे सेम रेशो च होंगे। तो दोनों च एक्स का कोएफिशिएंट कंपेयर करो की आ गया थर्ड च एक्स का कोएफिशिएंट कितना आया x1 सेकंड च कितना आया सी l आया इज इक्वल टू कोएफिशिएंट ऑफ y कंपेयर करो। थर्ड च y का कोएफिशिएंट की आया y1 सेकंड च कितना सी m। फिर कांस्टेंट टर्म कंपेयर कर लो एंड इधर ले आयो -a² n आ गया अपने को। दोनों लाइन सेम सी अपन इट मीनस उन्होंने कोरस्पोंडिंग कोएफिशिएंट्स की होंगे सेम रेशो च होंगे ना। इतों अपने को की वैल्यू आ गई x1 की वैल्यू आ गई x1 कितना आ गया -a² l/n एंड y1 कितना आ गया -a² m/n बन गया। ये तो अपने को की आ गया पॉइंट ऑफ कंटैक्ट आ गया कि जो सैकंड लाइन है 1 ਨੂੰ ਕਿਹੜੇ पॉइंट ਤੇ ਕੱਟ ਕਰ ਰਹੀ ਹੈ ਟੱਚ ਕਰ ਰਹੀ ਹੈ ਇਸ पॉइंट ਤੇ -a² n ਹੋ एंड
ए स्केयर एम ओवर एन। नाउ आप ये भी क्या सी कि जो पॉइंट आ सिंस दिस पॉइंट लाइज ऑन सर्कल, इट मीन सर्कल की इक्वेशन ਨੂੰ ਕੀ ਕਰੂਗਾ ਸੈਟੀਸਫਾਈ ਕਰੂਗਾ। ਆਪਾਂ ਆਪਣੇ ਕੋਲ ਸਪੋਜ਼ ਕੀਤਾ ਪੁਆਇੰਟ ਨੂੰ ਐਲੀਮੀਨੇਟ ਵੀ ਕਰਨਾ ਵਾ, ਚਲੋ ਐਲੀਮੀਨੇਟ ਕਰ ਲਈ। ਆਪਣੇ ਕੋਲ ਕੰਡੀਸ਼ਨ ਹੈਗੀ ਆ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਕਿ ਆ ਪੁਆਇੰਟ ਆ ਸਰਕਲ ਤੇ ਲਾਈ ਕਰ, ਇਟ ਮੀਨ ਸਰਕਲ ਦੀ ਇਕੁਏਸ਼ਨ ਨੂੰ ਕੀ ਕਰੂਗਾ ਸੈਟੀਸਫਾਈ ਕਰੂਗਾ। ਕੀ ਆ ਗਿਆ x1 ਸਕੁਅਰ ਪਲੱਸ y1 ਸਕੁਅਰ ਇਜ਼ ਇਕੁਅਲ ਟੂ a ਸਕੁਅਰ। ਇੱਥੇ x1 ਦੀ ਵੈਲਿਊ ਪੁੱਟ ਕਰ ਦਿਓ ਐਂਡ y1 ਦੀ ਵੈਲਿਊ ਪੁੱਟ ਕਰ ਦਿਓ a ਸਕੁਅਰ n इज इक्वल टू a स्क्वायर। हम सॉल्व कर लो, दोनों साइड a स्क्वायर कैंसिल होगा, की आ गया a स्क्वायर n स्क्वायर प्लस a स्क्वायर n स्क्वायर इज इक्वल टू n स्क्वायर। ये अपने को की आ गई रिक्वायर्ड कंडीशन आ गई कि जदों लाइन सैकंड फर्स्ट ਨੂੰ ਕੀ ਕਰ ਰਹੀ ਆ टच कर रही है। अपने को आ कंडीशन आ गई कि आ लाइन lx plus my plus n is equal to 0 इस सर्कल ਨੂੰ ਕਦੋਂ ਟੱਚ ਕਰੂਗੀ इफ आ कंडीशन होल्ड करूगी। केड़ी कंडीशन a स्क्वायर n स्क्वायर प्लस a स्क्वायर m स्क्वायर इज इक्वल टू n स्क्वायर आ जाएगा। तो जो लाइन आ वो सर्कल ਨੂੰ ਕੀ ਕਰੂਗੀ टच करूगी। केड़े पॉइंट पे आ पॉइंट भी फाइंड हो गया। आप सपोज किया से x1 y1 केड़े पॉइंट पे टच करूगी, पॉइंट ऑफ कांटेक्ट की आ गया, पॉइंट ऑफ कांटेक्ट फाइंड करता की आ गया x1 की वैल्यू कितनी है a स्क्वायर n ओवर m एंड y1 की वैल्यू कितनी है माइनस a स्क्वायर m ओवर n। ये लाइन आ जो केड़े पॉइंट पे टच कर रही है, इस पॉइंट पे टच कर रही है एंड कंडीशन की है कदों टच कर रही है इफ a स्क्वायर l स्क्वायर प्लस a स्क्वायर m स्क्वायर इज इक्वल टू n स्क्वायर आ गया। ये सी अपने को टेंजेंट से आर्टिकल। नेक्स्ट आप क्वेश्चंस करांगे। एक बहुत सारी स्ट्रेट लाइन ਦੀਆਂ ਵਿੱਚ ਪ੍ਰੋਪਰਟੀਜ਼ ਯੂਜ਼ ਹੁੰਦੀਆਂ, ਤੁਹਾਨੂੰ ਸਟ੍ਰੇਟ ਲਾਈਨ ਚੰਗੀ ਤਰ੍ਹਾਂ ਆਉਣੀ ਚਾਹੀਦੀ ਆ। ਜਿਹਨੂੰ ਨਹੀਂ ਆਉਂਦੀ ਉਹਨੂੰ ਇਹ ਕੁਐਸਚਨਸ ਘੱਟ ਹੀ ਆਉਣਗੇ, ਆਰਟੀਕਲ ਵੀ ਨਹੀਂ ਪਤਾ ਲੱਗਣੇ ਜਿਹਨੂੰ ਸਟ੍ਰੇਟ ਲਾਈਨ ਨਹੀਂ ਆਉਂਦੀ। ਇਸ ਤੋਂ ਪਹਿਲਾਂ ਸਟ੍ਰੇਟ ਲਾਈਨ ਆਪਣੀ ਚੰਗੀ ਤਰ੍ਹਾਂ ਜ਼ਰੂਰ ਪੜ੍ਹ ਲਿਓ, ਜੋ ਸਟ੍ਰੇਟ ਲਾਈਨ ਦੀਆਂ ਪ੍ਰੋਪਰਟੀਜ਼ ਨੇ ਜੋ ਤੁਸੀਂ ਪੜ੍ਹ ਕੇ ਆਏ ਹੋ। वैसे जो तुम पढ़ के सारा कुछ ही यूज हो जाना अपने को ज्योमेट्री च, ठीक है। नैक्सट आ जाऊगी एक फोर्थ ज्योमेट्री आऊगी, वो 3 डायमेंशनल ज्योमेट्री भी सारी यूज हो जानी है। ठीक है, तुम सारा कुछ पढ़ के आए हो कि कदों दो लाइन सेम होंगे जी आप कंडीशन अप्लाई की है जो उन्होंने कॉरस्पॉन्डिंग कोएफिशिएंट्स की होंगे सेम रेशो च होंगे। एक आप पहला कर चुके हैं कि जो अपन लाइन के बना ax प्लस by प्लस c इज इक्वल टू 0 ਇਹ नंबर 1 ਦਿੰਦੇ ਆ। तो लाइन पैरेलल टू फर्स्ट आप किमें लिखते हैं अब a x ਤੇ y ਦੇ ਕੋਐਫੀਸ਼ੀਐਂਟ सेम रहते हैं, ओनली की चेंज कर देने आप कांस्टेंट चेंज कर देने होंगे ना। ठीक है, अपने को x ਤੇ y ਦੇ ਕੋਐਫੀਸ਼ੀਐਂਟ की रहते हैं सेम रहते हैं, आप की चेंज कर देने होंगे आ कांस्टेंट टर्म चेंज कर देने आ। ये अपने को फर्स्ट लाइन दे की आ जाती है पैरेलल लाइन आ जाती है। ठीक है, प्रूफ तो आता ही होगा। चलो एक प्रूफ मैं करा देना। हुण परपेंडिकुलर लाइन फाइंड करनी है, ये तो ईजी हुई है। चलो कि आप ओनली कांस्टेंट चेंज करना, बाकी कोएफिशिएंट ऑफ x ते कोएफिशिएंट ऑफ y की रहने सेम रहने। चलो जी हुण आपां नूं लाइन गिवन आ, आपां ओहदे परपेंडिकुलर लाइन लिखनी है। इक्वेशन ऑफ लाइन परपेंडिकुलर टू फर्स्ट, जो फर्स्ट से आप परपेंडिकुलर लाइन लिखनी है किवें लिखोगे आ लाइन आ ये परपेंडिकुलर लाइन की इक्वेशन लिखनी है, याद रखियो किवें लिखनी है तुसीं। चलो पहला स्लोप ऑफ 1 की आई अपने को, स्लोप ऑफ 1 की इक्वल आई है माइनस कोएफिशिएंट ऑफ x ओवर कोएफिशिएंट ऑफ y। इसका मतलब जो अपन गिवन लाइन है उसकी स्लोप कितनी आई है माइनस a अपॉन b आ गई है। नाउ स्लोप ऑफ लाइन परपेंडिकुलर टू फर्स्ट, अपन पता जो दो लाइन परपेंडिकुलर है मतलब स्लोप ऑफ दी प्रोडक्ट की कोल माइनस 1 दे, ਇਹਦਾ मतलब 1 ਦੇ परपेंडिकुलर लाइन की स्लोप अपने को की आ जाएगी b अपॉन a आ जाएगी। परपेंडिकुलर लाइन की स्लोप अपने को की आ जाएगी b अपॉन a। तो जो अपन लाइन की स्लोप पता लग जाती है आप इक्वेशन ऑफ लाइन लिख दिए। तो इक्वेशन ऑफ लाइन की आ जाएगी फिर इक्वेशन ऑफ लाइन परपेंडिकुलर टू फर्स्ट की आ गई y इज इक्वल टू स्लोप
प्लस कॉन्सटेंट का इंटरसेप्ट वाइज की होंगी है स्लोप अपने इक्वेशन ऑफ लाइन की होंगी जी स्लोप पता अपन y इज इक्वल टू mx प्लस c होंगी है ना c की होंगे इंटरसेप्ट कितना मेड कर रही है अपनी को इंटरसेप्ट आप की सपोज कर लिया k सपोज कर लिया इन सॉल्व कर लो कि आ गया ay इज इक्वल टू bx प्लस ak मैं न्यू कॉन्स्टेंट भी चूज कर सकता वा a ठीक है न्यू कॉन्स्टेंट लेना न्यू कॉन्स्टेंट ले लो कि आ गया bx माइनस ay प्लस k डैश इज इक्वल टू 0 आ गया जो a इंटू k आया सी मैं न्यू कॉन्स्टेंट का नाम दिता k डैश का चलो अपने को की आ गई जो आ इक्वेशन बन गई सेकंड ये अपने को की आ गई इक्वेशन ऑफ लाइन आ गई परपेंडिकुलर टू फर्स्ट जे तुसी डायरेक्ट लिखनी हो किवें लिखिया करनी है फर्स्ट ते परपेंडिकुलर लाइन किवें लिखनी है जोड़ा y का कोएफिशिएंट आ ओनू एज किदे नाल चेंज कर दो x के कोएफिशिएंट नाल चेंज कर दो जो y का कोएफिशिएंट आ ਉਹਨੂੰ ਕਿਹਦੇ ਨਾਲ ਚੇਂਜ ਕਰ ਦਿਓ x ਨਾਲ ਚੇਂਜ ਕਰ ਦਿਓ bx ਬਣ ਗਿਆ ਨਾ ਜੋ x ਦਾ ਕੋਐਫੀਸ਼ੀਐਂਟ ਆ ਉਹਨੂੰ ਮਾਈਨਸ ਨਾਲ ਮਲਟੀਪਲਾਈ ਕਰਕੇ y ਦੇ ਕੋਐਫੀਸ਼ੀਐਂਟ ਨਾਲ ਚੇਂਜ ਕਰ ਦਿਓ ਜੋ x ਦਾ ਕੋਐਫੀਸ਼ੀਐਂਟ ਆ ਉਹਨੂੰ ਮਾਈਨਸ ਨਾਲ ਮਲਟੀਪਲਾਈ ਕਰਕੇ ਕਿਹਦੇ ਨਾਲ ਚੇਂਜ ਕਰ ਦਿਓ x ਨਾਲ ਚੇਂਜ ਕਰ ਦਿਓ ਪਲੱਸ ਕਨਸਟੈਂਟ ਚੇਂਜ ਕਰ ਦਿਓ ਇਹ ਆਪਣੇ ਕੋਲ ਕੀ ਆ ਜੂਗੀ ਫਰਸਟ ਦੇ ਪਰਪੈਂਡੀਕੂਲਰ ਲਾਈਨ ਦੀ ਇਕੁਏਸ਼ਨ ਆ ਜੂਗੀ ਇਹ ਆਪਾਂ ਯੂਜ਼ ਕਰਾਂਗੇ ਵੈਸੇ ਤੁਹਾਨੂੰ ਪਤਾ ਹੋਣੀ ਚਾਹੀਦੀ ਸੀ ਬਿਕੋਜ਼ ਦੀ ਸਟ੍ਰੇਟ ਲਾਈਨ ਆਲਰੇਡੀ ਪੜ੍ਹ ਕੇ ਆ ਚੁੱਕੇ ਹੋ ਡਿਟੇਲ 'ਚ तो फिर भी मैं चलो फाइंड करा दी एक लाइन नेक्स्ट आप क्वेश्चन करते हैं फाइंड द इक्वेशन ऑफ टेंजेंट टू द सर्कल सर्कल अपन गिवन है x स्क्वायर फाइंड द इक्वेशन ऑफ टेंजेंट टू द सर्कल x स्क्वायर प्लस y स्क्वायर प्लस 6x माइनस 2y माइनस 7 इज इक्वल टू 0 फाइंड इक्वेशन ऑफ टेंजेंट टू द सर्कल दिस एट द पॉइंट whose ordinate is 2 find the equation of circle at the point whose ordinate is 2 find the equation of tangent to the circle x square plus y square plus 6x minus 2y minus 7 is equal to 0 at the point whose ordinate is 2 ਆਪਾਂ ਨੂੰ ਪੂਰਾ ਪੁਆਇੰਟ ਨਹੀਂ ਗਿਵਨ ਓਨਲੀ ਪੁਆਇੰਟ ਦਾ ਕੀ ਦਿੱਤਾ ऑर्डिनेट दिता ऑर्डिनेट मीनस की होंगे एक्स कोआर्डिनेट सॉरी ऑर्डिनेट मीनस की होंगे अपने को वाई कोआर्डिनेट एक्स कोआर्डिनेट को आप की बोलते हैं अबसीसा बोलते हैं ना आप किहड़े पॉइंट से फाइंड करनी है इक्वेशन ऑफ टेंजेंट जिहदा अपन ओनली की गिवन आ ऑर्डिनेट गिवन आ तो इक्वेशन ऑफ सर्कल ऊपर नंबर 1 दे देने हैं लेट द पॉइंट बी एक्स कोआर्डिनेट आप सपोज कर लेने की है x1 ना y कोआर्डिनेट अपन गिवन आ 2 ऑर्डिनेट गिवन आ पॉइंट दा चलो आप पॉइंट कंप्लीट कर लेना पॉइंट कंप्लीट कर लिया चलो की सपोज कर लिया x का कोआर्डिनेट की सपोज कर लिया x1 सपोज कर लिया चलो y का कोआर्डिनेट अपन गिवन सी 2 ਇਹਦਾ मतलब अपने को पॉइंट की बन गया x1, 2 बन गया ਹੁਣ ਆਪਾਂ ਇਸ ਪੁਆਇੰਟ ਤੇ ਕੀ ਫਾਈਂਡ ਕਰਨੀ ਹੈ ਇਕੁਏਸ਼ਨ ਆਫ ਟੈਂਜੈਂਟ ਫਾਈਂਡ ਕਰਨੀ ਆ ਆਪਾਂ ਆ ਵਾਲੇ ਪੁਆਇੰਟ ਤੇ ਕੀ ਫਾਈਂਡ ਕਰਦੇ ਆ ਇਕੁਏਸ਼ਨ ਆਫ ਟੈਂਜੈਂਟ तो इक्वेशन ऑफ टेंजेंट फाइंड करनी सब तो पहले आपको आ पॉइंट पता होना चाहिए कि x1 की है हुण अपन क्या ही है टेंजेंट फाइंड करना देयरफॉर जेड़ा पॉइंट आ x1, 2 ये कित्थे लाई करूंगा सर्कल ते तां लाई कर ही लिया वा जे टेंजेंट फाइंड करना है जिस पॉइंट ते आपां टेंजेंट दी इक्वेशन फाइंड करनी है ਇਹਦਾ मतलब पक्का ही आए ਜਿਹੜੇ ਪੁਆਇੰਟ ਤੇ ਆਪਾਂ ਟੈਂਜੈਂਟ ਦੀ ਇਕੁਏਸ਼ਨ ਫਾਈਂਡ ਕਰਦੇ ਆਪਾਂ ਪੁਆਇੰਟ ਪੱਕਾ ਹੀ ਕਿੱਥੇ ਲਾਈ ਕਰਦਾ ਹੁੰਦਾ ਆਪਾਂ ਕੁਝ ਆਰਟੀਕਲ 'ਚ ਵੀ ਕਰ ਲਿਆ ਸਰਕਲ ਤੇ ਲਾਈ ਕਰਦਾ ਹੁੰਦਾ तो जे पॉइंट सर्कल ते लाई करता सर्कल की इक्वेशन की करूँगा सैटिस्फाई करूँगा जो सर्कल की इक्वेशन सैटिस्फाई कराओ एंड x1 की वैल्यू फाइंड करो पॉइंट कितने लाई कर सर्कल पुट करता आप x1 का स्क्वायर तो y की वैल्यू कितनी है 2 7 इज इक्वल टू 0 कि आ गया x1 का स्क्वायर प्लस 6x1 माइनस 7 इज इक्वल टू 0
ਇੱਥੋਂ ਆਪਣੇ ਕੋਲ x ਦੀਆਂ ਕਿੰਨੀਆਂ ਵੈਲਿਊਜ਼ ਆ ਜਾਣਗੀਆਂ 2 ਵੈਲਿਊਜ਼ ਆ ਜਾਣਗੀਆਂ ਕੀ ਵੈਲਿਊ ਆ ਰਹੀ ਹੈ x ਦੀ ਇੱਕ ਵੈਲਿਊ 1 ਆ ਰਹੀ ਹੈ ਇੱਕ ਵੈਲਿਊ ਕੀ ਆ ਰਹੀ ਹੈ 7 ਆ ਰਹੀ ਹੈ ਚਲੋ y ਦੀ ਵੈਲਿਊ 2 ਸੀ ਉਹਦੇ ਕੋਰਸਪੋਂਡਿੰਗ x ਦੀਆਂ ਕਿੰਨੀਆਂ ਵੈਲਿਊਜ਼ ਆ ਗਈਆਂ 1 ਐਂਡ -7 ਆ ਗਈ देयरफॉर ਆਪਣੇ ਕੋਲੇ ਪੁਆਇੰਟ ਕੀ ਬਣ ਗਏ देयरफॉर रिक्वायर्ड पॉइंट्स की आ गए 1, 2 एंड -7, 2 आ गए अपने को दो पॉइंट बन गए 1, 2 एंड -7, 2 हुण किस जे दोनों पॉइंट दे फाइंड करने दोनों पॉइंट दे फाइंड कर दो जे किसी एक पॉइंट दे फाइंड करनी इक्वेशन ऑफ टेंजेंट किसी एक पॉइंट दे फाइंड कर दो आप एक पॉइंट दे फाइंड कर दें ठीक है पॉइंट 2 आए यार जिन्हों का ऑर्डिनेट कितना सी 2 सीगा सर्कल च पुट करते हूँ आप इक्वेशन ऑफ टेंजेंट देखते हैं इक्वेशन ऑफ टेंजेंट एट पॉइंट 1, 2 तो 1, 2 ते आप इक्वेशन ऑफ टेंजेंट देखते हैं जो आप टेंजेंट की इक्वेशन किमें लिख देते हैं एक्स स्क्वेयर कंपेयर कर लेना तुसी x1 y1 नाल चलो एक्स स्क्वेयर में आप चेंज कर देते हैं x इंटू x1 x1 कितना गिवन है इतने 1 गिवन है y1 कितना गिवन है 2 गिवन है चलो इक्वेशन ऑफ टेंजेंट की आ गई x इंटू 1 प्लस y इंटू 2 प्लस 6 एंड जो अपन लीनियर टर्म है किमें चेंज करते हैं x प्लस x1 y2 सिमिलरली y को किमें चेंज करते हैं आप y प्लस y1 y2 एंड कांस्टेंट टर्म सेम ही रहती है एक्स स्क्वेयर ਨੂੰ ਕਿਵੇਂ ਚੇਂਜ ਕਰਦੇ ਆ x into x1 y स्क्वेयर ਨੂੰ ਕਿਵੇਂ ਚੇਂਜ ਕਰਦੇ ਆ y into y1 ਐਂਡ ਜੋ ਲੀਨੀਅਰ ਟਰਮ ਨੇ x ਨੂੰ ਕਿਵੇਂ ਚੇਂਜ ਕਰਦੇ ਆ x plus x1 y2 ਐਂਡ y ਨੂੰ y plus y1 y2 ਤੇ ਹੁਣ ਇਹਨੂੰ ਸਿੰਪਲੀਫਾਈ ਕਰ ਦਿਓ ਆਪਣੇ ਕੋਲੇ ਕੀ ਆ ਗਈ ਇਕੁਏਸ਼ਨ ਆਫ ਟੈਂਜੈਂਟ ਆਪਣੇ ਕੋਲੇ ਇਕੁਏਸ਼ਨ ਆਫ ਟੈਂਜੈਂਟ ਬਣ ਜੇਗੀ ਇਹ ਸੋਲਵ ਕਰਕੇ 4x plus y 4x plus y minus 6 is equal to 0 ये अपने को की बन जानी है इक्वेशन ऑफ टेंजेंट बन जानी है 4x plus y minus 6 is equal to 0 जे इक्वेशन ऑफ टेंजेंट फाइंड हो जूगी तुसी नैक्सट इक्वेशन ऑफ नॉर्मल भी लिख सकते हो चलो एक क्वेश्चन जो आप नॉर्मल की इक्वेशन फाइंड करवा ही दें जो अपने को इक्वेशन ऑफ टेंजेंट की आ गई इक्वेशन ऑफ वैसे फाइंड करने को क्या था नहीं सीगा तो नॉर्मल फाइंड करवा दें इक्वेशन ऑफ टेंजेंट किहड़े पॉइंट ते फाइंड की 1, 2 से अपने को की बनी है 4x plus y minus 6 is equal to 0 बनी है जे टेंजेंट आ गया नॉर्मल फाइंड कर सकते हो आपको पता नॉर्मल की होंगे वा लाइन परपेंडिकुलर टू टेंजेंट पहला स्लोप ऑफ टेंजेंट की है पहला स्लोप फाइंड कर लेंगे स्लोप ऑफ सेकंड की आ गई अपने को -4 आ गई माइनस कोएफिशिएंट ऑफ x ओवर कोएफिशिएंट ऑफ y इक्वेशन ऑफ नॉर्मल लिख दिए इक्वेशन ऑफ नॉर्मल की होनी है अपन पता किहड़े पॉइंट से पास करना नॉर्मल ने जितो टेंजेंट पास कर रहा सेम पॉइंट की फाइंड करनी है इसका मतलब नॉर्मल किहड़े पॉइंट से पास कर रहा 1, 2 जो पॉइंट पता अपन स्लोप पता लग गई नॉर्मल की स्लोप कितनी आ गई अगर टेंजेंट की स्लोप आई है टेंजेंट की स्लोप कितनी आई है -4 नॉर्मल की स्लोप कितनी आ जाएगी परपेंडिकुलर टेंजेंट की स्लोप कितनी आ गई 1/4 आ गई इक्वेशन ऑफ नॉर्मल की बन जाएगी पॉइंट भी पता अपन चलो 1 पॉइंट फ्रॉम y - ϕ2 इज इक्वल टू स्लोप इनटू x - 1 इन्हें सॉल्व कर लगे अपने को की बन गई इक्वेशन ऑफ नॉर्मल बन गई टू द पॉइंट 1, 2 सिमिलरली जो एक पॉइंट बच गया अपने को -7, 2 ते ਉਹਤੇ ਵੀ ਤੁਸੀਂ ਇਕੁਏਸ਼ਨ ਆਫ ਟੈਂਜੈਂਟ ਫਾਈਂਡ ਕਰਨੀ ਆ ਐਂਡ ਇਕੁਏਸ਼ਨ ਆਫ ਨਾਰਮਲ ਫਾਈਂਡ ਕਰ ਲੈਣੀ ਆ ਨਾਰਮਲ ਫਾਈਂਡ ਕਰਨ ਦਾ ਕਿਹਾ ਨਹੀਂ ਸੀ ਚਲੋ ਇੱਕ ਫਾਈਂਡ ਕਰ ਲਿਆ ਆਪਾਂ चलो बाकी नैक्सट करते हैं आप नैक्सट टाइम करेंगे क्वेश्चन करने स्टार्ट करो जो कोई प्रॉब्लम है मैंने परसनली पूछनी है तुसी एंड जिन्ना टाइम दोगे मैथ में उन्ना ही थोड़ा मैथ वधिया बन जाएगा ये ना हो तुसी कहो कि चलो यदा पेपर च हो ही जाना ना बात ही करना नहीं
पेपर कुछ नहीं होना ਤੁਹਾਡੇ ਕੋਲ, ਜਿਹਦੀ ਪ੍ਰੈਕਟਿਸ ਆ ਪੇਪਰ 'ਚ ਉਹਨੇ ਹੀ ਕੁਐਸਚਨ ਸੋਲਵ ਕਰਨੇ ਆ। ਜਾਂ ਜਿਹਨੇ ਆਲਰੇਡੀ ਸਾਰੇ ਕੁਐਸਚਨ ਸੋਲਵ ਕਰਕੇ ਦੇਖੇ ਹੋਏ ਆ। ਇਹ ਨਾ ਹੋਵੇ ਸਕੂਲ ਵਾਲਾ ਹਿਸਾਬ ਹੋਵੇ ਕਿਸੇ ਤੇ ਨਕਲ ਵੱਜ ਜਾਣੀ ਆ ਜੀ, ਇਹ ਹੋ ਜਾਣਾ। ਇੱਥੇ ਕੁਛ ਨਹੀਂ ਹੋਣਾ, ਤੈਨੂੰ ਆਪਣੀ ਮਿਹਨਤ ਨਾਲ ਹੀ ਨੰਬਰ ਲੈਣੇ ਪੈਣੇ ਆ ਸਾਰੇ। ਸਕੂਲਾਂ ਵਾਲੀਆਂ ਆਦਤਾਂ ਛੱਡ ਦਿਓ। ਜੇ ਕਿਸੇ ਨੂੰ ਸਕੂਲ ਵਾਲੀਆਂ ਕੋਈ ਪੁਰਾਣੀਆਂ ਆਦਤਾਂ ਪਈਆਂ ਹੋਈਆਂ ਨੇ, ਆਪਦੀ ਹਾਰਡ ਵਰਕ ਕਰਨਾ ਸਟਾਰਟ ਕਰ ਦਿਓ।